ਪਿਆਰੇ ਵਿਦਿਆਰਥੀਓ, ਅੱਜ ਅਸੀਂ 6ਵੀਂ ਜਮਾਤ ਦਾ ਪਾਠ 10ਵਾਂ ਗਤੀ ਅਤੇ ਦੂਰੀਆਂ ਦਾ ਮਾਪਣ ਪੜਾਂਗੇ। ਇਸ ਪਾਠ ਦੇ ਵਿੱਚ ਅਸੀਂ ਦੂਰੀਆਂ ਬਾਰੇ ਪੜਾਂਗੇ, ਮਾਪਣ ਬਾਰੇ ਪੜਾਂਗੇ ਤੇ ਮਾਪਣ ਦੀਆਂ ਮਿਆਰੀ ਇਕਾਈਆਂ ਬਾਰੇ ਪੜਾਂਗੇ ਅਤੇ ਨਾਲ ਹੀ ਲੰਬਾਈ ਨੂੰ ਕਿਵੇਂ ਮਾਪਣਾ ਹੈ, ਇਸ ਦਾ ਸਹੀ ਮਾਪਣ ਕਿਵੇਂ ਕਰ ਸਕਦੇ ਹਾਂ ਇਸ ਬਾਰੇ ਸਿੱਖਾਂਗੇ ਅਤੇ ਕਿਸੇ ਵਕਰ ਰੇਖਾ ਦੀ ਲੰਬਾਈ ਕਿੱਦਾਂ ਮਾਪੀ ਜਾਂਦੀ ਹੈ ਇਸ ਬਾਰੇ ਸਿੱਖਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੀ ਰੇਖਾ ਦੀ ਲੰਬਾਈ ਮਾਪਣੀ ਬੜੀ ਆਸਾਨ ਹੁੰਦੀ ਹੈ, ਪਰ ਕਿਸੇ ਵਕਰ ਰੇਖਾ ਦੀ ਲੰਬਾਈ ਨੂੰ ਮਾਪਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਹੈ। ਇਸ ਪਾਠ ਦੇ ਵਿੱਚ ਅਸੀਂ ਟੇਢੀਆਂ ਮੇਢੀਆਂ ਲੰਬਾਈਆਂ ਵੀ ਮਾਪਣਾ ਸਿੱਖਾਂਗੇ ਅਤੇ ਗਤੀ ਦੀਆਂ ਕਿਸਮਾਂ ਸਿੱਖਾਂਗੇ। ਆਓ ਇਸ ਪਾਠ ਨੂੰ ਸ਼ੁਰੂ ਕਰਦੇ ਹਾਂ। ਮੈਂ ਸੁਖਿੰਦਰ ਸਿੰਘ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਅਮੀਨਗੰਜ। ਫਿਰ ਬੱਚੋ, ਸਭ ਤੋਂ ਪਹਿਲਾਂ ਅਸੀਂ ਦੂਰੀ ਬਾਰੇ ਜਾਣਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਆਪਣੇ ਕੋਲ ਵੱਖਰੇ ਵੱਖਰੇ ਕਲਰ ਦੇ ਬਿੰਦੂ ਨੇ, ਇਹਨਾਂ ਵਿਚਕਾਰ ਵੱਖਰੀ ਵੱਖਰੀ ਵਿੱਥ ਹੈ। ਤੁਸੀਂ ਸੁਣਿਆ ਹੋਵੇਗਾ, ਜਿਵੇਂ ਤੁਸੀਂ ਜਦੋਂ ਸਕੂਲ ਜਾਂਦੇ ਸੀ ਜਾਂ ਜਾਂਦੇ ਹੋ ਤਾਂ ਕੀ ਹੁੰਦਾ ਹੈ ਕਿ ਤੁਸੀਂ ਇੰਨੇ ਜ਼ਿਆਦਾ ਨਹੀਂ ਥੱਕਦੇ, ਪਰ ਤੁਹਾਡੇ ਮਾਤਾ ਪਿਤਾ ਜੀ ਜਦੋਂ ਆਫਿਸ ਤੋਂ ਘਰ ਵਾਪਸ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਥੱਕ ਗਏ ਹਾਂ। ਪਰ ਹੋਇਆ ਕੀ, ਤੁਸੀਂ ਵੀ ਦੂਰੀ ਤੈਅ ਕੀਤੀ, ਉਹਨਾਂ ਨੇ ਵੀ ਦੂਰੀ ਤੈਅ ਕੀਤੀ ਹੋਏਗੀ, ਪਰ ਇਹ ਤੁਸੀਂ ਕਿਵੇਂ ਅੰਦਾਜ਼ਾ ਲਗਾ ਲਓਗੇ ਕਿ ਉਹਨਾਂ ਦੀ ਦੂਰੀ ਜ਼ਿਆਦਾ ਸੀ ਜਾਂ ਸਾਡੀ? ਇਸ ਲਈ ਅਸੀਂ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਦੂਰੀ ਹੁੰਦੀ ਕੀ ਹੈ। ਕਿਸੇ ਦੋ ਬਿੰਦੂਆਂ ਵਿਚਕਾਰਲੀ ਜਿਹੜੀ ਵਿੱਥ ਹੁੰਦੀ ਹੈ ਉਹਨੂੰ ਦੂਰੀ ਕਹਿੰਦੇ ਹੈ। ਜੇਕਰ ਦੋ ਬਿੰਦੂ ਨਜ਼ਦੀਕ ਹੋਣਗੇ ਤੇ ਉਹਨਾਂ ਦੀ ਵਿੱਥ ਵੀ ਘੱਟ ਹੋਏਗੀ ਤੇ ਦੂਰੀ ਵੀ ਘੱਟ ਹੋਏਗੀ। ਜੇਕਰ ਕੋਈ ਦੋ ਬਿੰਦੂ ਦੂਰ ਨੇ ਤੇ ਉਹਨਾਂ ਵਿਚਕਾਰਲੀ ਵਿੱਥ ਵੀ ਜ਼ਿਆਦਾ ਹੋਏਗੀ, ਇਸ ਕਰਕੇ ਉਹਨਾਂ ਦੀ ਦੂਰੀ ਵੀ ਜ਼ਿਆਦਾ ਹੋਏਗੀ। ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਦੋ ਬਿੰਦੂਆਂ ਵਿਚਕਾਰਲੀ ਵਿੱਥ ਨੂੰ ਦੂਰੀ ਕਿਹਾ ਜਾਂਦਾ ਹੈ। ਸੋ ਪਿਆਰੇ ਬੱਚੋ, ਇਹਨੂੰ ਯਾਦ ਰੱਖ ਲੈਣਾ ਹੈ ਕਿ ਦੂਰੀ ਕੀ ਹੁੰਦੀ ਹੈ। ਕਿਸੇ ਦੋ ਬਿੰਦੂਆਂ ਵਿਚਕਾਰਲੀ ਵਿੱਥ ਨੂੰ ਕੀ ਕਿਹਾ ਜਾਂਦਾ ਹੈ? ਦੂਰੀ। ਆਓ ਹੁਣ ਅਸੀਂ ਕੁਝ ਕਿਰਿਆਵਾਂ ਰਾਹੀਂ ਦੂਰੀ ਮਾਪਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਸਾਡੇ ਕੋਲ ਇੱਕ ਮੇਜ਼ ਹੈ, ਅਸੀਂ ਮੇਜ਼ ਦੀ ਜਿਹੜੀ ਦੂਰੀ ਹੈ ਜਾਂ ਲੰਬਾਈ ਹੈ, ਇਸ ਕਾਰਨਰ ਤੋਂ ਲੈ ਕੇ ਇਸ ਕਾਰਨਰ ਤੱਕ, ਇਸ ਪਹਿਲੀ ਨੁੱਕਰ ਤੋਂ ਦੂਜੀ ਨੁੱਕਰ ਤੱਕ ਜਿਹੜੀ ਲੰਬਾਈ ਉਹਨੂੰ ਅਸੀਂ ਗੁੱਲੀ ਡੰਡੇ ਨਾਲ ਮਾਪਦੇ ਹਾਂ। ਹੁਣ ਦੇਖੋ, ਇੱਕ ਡੰਡਾ ਤੇ ਇੱਕ ਗੁੱਲੀ, ਇਹਨਾਂ ਦੋਨਾਂ ਨਾਲ ਇਹ ਜਿਹੜੀ ਆਪਣੇ ਕੋਲ ਦੂਰੀ ਹੈ ਇਹ ਮਾਪੀ ਗਈ ਹੈ। ਹੁਣ ਜੇਕਰ ਅਸੀਂ ਇੱਕ ਹੋਰ ਕਿਰਿਆ ਕਰਦੇ ਹਾਂ, ਜਿਸ ਵਿੱਚ ਅਸੀਂ ਇਸ ਮੇਜ਼ ਦੀ ਲੰਬਾਈ ਨੂੰ ਅਸੀਂ ਧਾਗੇ ਨਾਲ ਇੱਕ ਧਾਗੇ ਦਾ ਟੁਕੜਾ ਲੈਂਦੇ ਹਾਂ, ਉਸ ਧਾਗੇ ਦੇ ਟੁਕੜੇ ਨਾਲ ਅਸੀਂ ਇਸ ਦੀ ਲੰਬਾਈ ਮਾਪਦੇ ਹਾਂ। ਤੇ ਜਦੋਂ ਅਸੀਂ ਮਾਪਦੇ ਹਾਂ, ਸਾਡੇ ਕੋਲ ਦੋ ਧਾਗਿਆਂ ਦੇ ਬਰਾਬਰ ਇਹ ਮੇਜ਼ ਦੀ ਲੰਬਾਈ ਹੁੰਦੀ ਹੈ। ਹੁਣ ਅਸੀਂ ਇੱਕ ਹੋਰ ਕਿਰਿਆ ਰਾਹੀਂ, ਗਿੱਠਾਂ ਰਾਹੀਂ ਇਸ ਮੇਜ਼ ਦੀ ਲੰਬਾਈ ਮਾਪਦੇ ਹਾਂ। ਤੇ ਜਦੋਂ ਅਸੀਂ ਇਸ ਮੇਜ਼ ਦੀ ਲੰਬਾਈ ਗਿੱਠਾਂ ਰਾਹੀਂ ਮਾਪਦੇ ਹਾਂ ਤੇ ਸਾਡੇ ਕੋਲ ਇਸ ਦਾ ਜਿਹੜਾ ਮੁੱਲ ਹੈ ਵੱਖਰਾ ਵੱਖਰਾ ਹੁੰਦਾ ਹੈ। ਇਸ ਲਈ ਅਸੀਂ ਦੂਰੀ ਨੂੰ ਜਦੋਂ ਮਾਪਦੇ ਹਾਂ ਸਾਡੇ ਕੋਲ ਵੱਖਰੇ ਵੱਖਰੇ ਮੁੱਲ ਆਏ। ਪਹਿਲੇ ਜਦੋਂ ਮੇਜ਼ ਨੂੰ ਮਾਪਿਆ, ਸਾਡੇ ਕੋਲ ਜਿਹੜੀ ਮੇਜ਼ ਦੀ ਲੰਬਾਈ ਆਈ ਉਹ ਦੋ ਡੰਡੇ ਤੇ ਦੋ ਗੁੱਲੀਆਂ। ਜਦੋਂ ਅਸੀਂ ਧਾਗੇ ਨਾਲ ਮਾਪਿਆ ਤੇ ਕੀ ਹੋਇਆ, ਸਾਡੇ ਕੋਲ ਦੋ ਧਾਗਿਆਂ ਦੇ ਬਰਾਬਰ ਮੇਜ਼ ਦੀ ਲੰਬਾਈ ਆਈ। ਜਦੋਂ ਅਸੀਂ ਗਿੱਠਾਂ ਨਾਲ ਮਾਪਿਆ, ਸਾਡੇ ਕੋਲ ਮੰਨ ਲਓ ਚਾਰ ਗਿੱਠਾਂ ਦੇ ਬਰਾਬਰ ਮੇਜ਼ ਦੀ ਲੰਬਾਈ ਆਈ। ਹੁਣ ਇਹ ਸਾਰੀ ਜਿਹੜੀ ਦੂਰੀ ਹੈ ਇਹ ਹੈਗੀ ਤਾਂ ਇੱਕੋ ਜਿੰਨੀ ਹੈ, ਪਰ ਇਹ ਜਿਹੜੇ ਮੁੱਲ ਨੇ ਵੱਖਰੇ ਵੱਖਰੇ ਕਿਉਂ ਆ ਰਹੇ ਨੇ? ਇਹ ਕਿਉਂਕਿ ਸਾਡੇ ਕੋਲ ਜਿਹੜਾ ਮਾਪਣ ਦਾ ਪੈਮਾਨਾ ਹੈ ਉਹ ਇੱਕੋ ਵਰਗਾ ਨਹੀਂ ਹੈਗਾ। ਇਸ ਲਈ ਸਾਡੇ ਮਨ 'ਚ ਇਹ ਪ੍ਰਸ਼ਨ ਆਉਂਦਾ ਹੈ ਕਿ ਦੂਰੀ ਨੂੰ ਮਾਪਣ ਲਈ ਸਾਡੇ ਕੋਲ ਇੱਕੋ ਜਿਹਾ ਪੈਮਾਨਾ ਹੋਣਾ ਚਾਹੀਦਾ ਹੈ, ਜਿਹਦੇ ਨਾਲ ਹਰੇਕ ਤਰ੍ਹਾਂ ਦੀ ਦੂਰੀ ਬਰਾਬਰ ਹੈ। ਮੰਨ ਲਓ ਆਪਣੇ ਕੋਲ ਕੋਈ ਦੋ ਬਿੰਦੂ ਨੇ, ਇਹਨਾਂ ਵਿਚਕਾਰਲੀ ਦੂਰੀ ਜਿਹੜੇ ਵੀ ਅਸੀਂ ਪੈਮਾਨੇ ਨਾਲ ਮਾਪਾਂਗੇ ਉਹ ਕੀ ਰਹਿਣੀ ਚਾਹੀਦੀ ਹੈ? ਸੇਮ, ਉਹਦੇ 'ਚ ਕੋਈ ਬਦਲਾਵ ਨਹੀਂ ਆਉਣਾ ਚਾਹੀਦਾ। ਤੇ ਆਓ ਹੁਣ ਅਸੀਂ ਦੂਰੀ ਦੀ ਮਿਆਰੀ ਇਕਾਈ ਬਾਰੇ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਦੂਰੀ ਦਾ ਜਿਹੜਾ ਮਿਆਰੀ ਇਕਾਈ ਕੀ ਹੈ, ਮਾਪਣ ਦਾ ਪੈਮਾਨਾ ਕਿਹੜਾ ਲਿਆ ਗਿਆ। ਪਿਆਰੇ ਬੱਚਿਓ, ਮਾਪਣ ਦੀਆਂ ਮਿਆਰੀ ਇਕਾਈਆਂ ਦੇ ਵਿੱਚ ਅਸੀਂ ਸਭ ਤੋਂ ਪਹਿਲੇ ਜਾਣਦੇ ਹਾਂ ਕਿ ਇਹਨਾਂ ਨੂੰ ਮਾਨਤਾ ਕਦੋਂ ਮਿਲੀ। 1970 ਵਿੱਚ ਫਰਾਂਸੀਸੀਆਂ ਨੇ ਮਾਪਣ ਦੀ ਇੱਕ ਮਾਨਕ ਪ੍ਰਣਾਲੀ ਦੀ ਰਚਨਾ ਕੀਤੀ, ਜਿਸ ਨੂੰ ਮੈਟ੍ਰਿਕ ਪ੍ਰਣਾਲੀ ਕਹਿੰਦੇ ਹਨ। ਇੱਕ ਸਮਾਨਤਾ ਲਈ ਸੰਸਾਰ ਦੇ ਸਾਰੇ ਵਿਗਿਆਨਿਕਾਂ ਨੇ ਮਾਪਣ ਦੇ ਮਾਨਕ ਇਕਾਈਆਂ ਦੇ ਇੱਕ ਸੈੱਟ ਨੂੰ ਸਵੀਕਾਰ ਕਰ ਲਿਆ। ਅੱਜ ਕੱਲ੍ਹ ਜਿਸ ਮੈਟ੍ਰਿਕ ਪ੍ਰਣਾਲੀ ਦਾ ਉਪਯੋਗ ਹੋ ਰਿਹਾ ਹੈ ਉਸ ਨੂੰ ਅੰਤਰਰਾਸ਼ਟਰੀ ਮੈਟ੍ਰਿਕ ਪ੍ਰਣਾਲੀ SI ਇਕਾਈ ਯੂਨਿਟ ਕਹਿੰਦੇ ਹਨ। ਹੁਣ ਪਿਆਰੇ ਬੱਚੋ, 1970 ਦੇ ਵਿੱਚ ਜਿਹੜੀ ਫਰਾਂਸੀਸੀਆਂ ਨੇ ਇੱਕ ਮਾਪਣ ਦੀ ਮਿਆਰੀ ਇਕਾਈ ਦੀ ਖੋਜ ਕੀਤੀ ਸੀ, ਮੈਟ੍ਰਿਕ ਪ੍ਰਣਾਲੀ ਦੀ, ਉਹਨੂੰ ਸੰਸਾਰ ਦੇ ਸਾਰੇ ਵਿਗਿਆਨੀਆਂ ਨੇ ਸਵੀਕਾਰ ਕਰ ਲਿਆ। ਹੁਣ ਇਹਦੇ ਅਨੁਸਾਰ ਹੀ
ਮੀਟਰ ਨੂੰ ਦੂਰੀ ਦੀ SI ਇਕਾਈ ਮੰਨਿਆ ਗਿਆ। ਜਿਵੇਂ ਕਿ ਸਾਨੂੰ ਪਤਾ ਹੈ ਕਿ ਪੁੰਜ ਦੀ SI ਇਕਾਈ ਕੀ ਹੈ? ਕਿਲੋਗ੍ਰਾਮ। ਇਸੇ ਤਰ੍ਹਾਂ ਹੀ ਤਾਪਮਾਨ ਨੂੰ ਮਾਪਣ ਦੀ SI ਇਕਾਈ ਕੀ ਹੈ? ਕੈਲਵਿਨ। ਤੇ ਉਸੇ ਤਰ੍ਹਾਂ ਹੀ ਦੂਰੀ ਨੂੰ ਮਾਪਣ ਦੀ SI ਇਕਾਈ ਮੀਟਰ ਮੰਨਿਆ ਗਿਆ। ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਚਿੱਤਰ 'ਚ ਦਿਖਾਈ ਦੇ ਰਹੀ ਹੈ, ਇਹ ਇੱਕ ਮੀਟਰ ਸਕੇਲ ਹੈ। ਜਿਹੜੇ ਮੀਟਰ ਸਕੇਲ ਦੀ ਜਿਹੜੀ ਦੂਰੀ ਹੁੰਦੀ ਹੈ ਉਹ ਲਗਭਗ ਆਪਣੀ 1.5 ਬਾਂਹ ਦੇ ਬਰਾਬਰ ਹੁੰਦੀ ਹੈ। ਹੁਣ ਜਿਹੜੀਆਂ ਵੱਡੀਆਂ ਦੂਰੀਆਂ ਨੇ, ਜਿਵੇਂ ਕਿ ਕਮਰੇ ਦੀ ਲੰਬਾਈ ਨੂੰ ਮਾਪਣਾ, ਕਿਸੇ ਟਰੈਕਟਰ ਦੀ ਲੰਬਾਈ ਨੂੰ ਮਾਪਣਾ ਜਾਂ ਕਿਸੇ ਖੇਤ ਦੀ ਲੰਬਾਈ ਨੂੰ ਮਾਪਣਾ, ਇਹ ਤਾਂ ਅਸੀਂ ਮੀਟਰ ਸਕੇਲ ਨਾਲ ਕਰ ਸਕਦੇ ਹਾਂ। ਪਰ ਜਿਵੇਂ ਕਿ ਅਸੀਂ ਆਪਣੀ ਨੋਟਬੁੱਕ ਦੀ ਲੰਬਾਈ ਨੂੰ ਮਾਪਣਾ, ਪੈਨਸਲ ਦੀ ਲੰਬਾਈ ਨੂੰ ਮਾਪਣਾ, ਤੇ ਅਜਿਹਾ ਅਸੀਂ ਮੀਟਰ ਸਕੇਲ ਨਾਲ ਨਹੀਂ ਕਰ ਸਕਦੇ, ਕਿਉਂਕਿ ਮੀਟਰ ਸਕੇਲ ਇਹਨਾਂ ਵਸਤੂਆਂ ਨਾਲੋਂ ਵੱਡੀ ਹੁੰਦੀ ਹੈ। ਤੇ ਇਸ ਲਈ ਮੀਟਰ ਸਕੇਲ ਨੂੰ ਕੀ ਕੀਤਾ ਗਿਆ? ਹਰੇਕ ਮੀਟਰ ਨੂੰ 100 ਬਰਾਬਰ ਭਾਗਾਂ 'ਚ ਵੰਡਿਆ ਗਿਆ, ਤੇ ਜਿਸ ਨੂੰ ਸੈਂਟੀਮੀਟਰ ਕਿਹਾ ਜਾਂਦਾ ਹੈ। ਤੇ ਅੱਗੇ ਸੈਂਟੀਮੀਟਰ ਨੂੰ ਵੀ 10 ਬਰਾਬਰ ਭਾਗਾਂ 'ਚ ਵੰਡਿਆ ਗਿਆ, ਜਿਸ ਨੂੰ ਕੀ ਕਿਹਾ ਜਾਂਦਾ ਹੈ? ਮਿਲੀਮੀਟਰ। ਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਹਨ, ਤੇ 1 ਸੈਂਟੀਮੀਟਰ ਦੇ ਵਿੱਚ 10 ਮਿਲੀਮੀਟਰ ਹੁੰਦੇ ਹਨ। ਕੀ ਤੁਸੀਂ ਹੁਣ ਦੱਸ ਸਕਦੇ ਹੋ ਕਿ 1 ਮੀਟਰ ਦੇ ਵਿੱਚ ਕਿੰਨੇ ਮਿਲੀਮੀਟਰ ਹੁੰਦੇ ਨੇ? ਕਿ 1 ਮੀਟਰ ਕਿੰਨੇ ਮਿਲੀਮੀਟਰ ਦੇ ਬਰਾਬਰ ਹੋਵੇਗਾ? ਆਓ ਅਸੀਂ ਇਸ ਦੀ ਗਣਨਾ ਕਰਦੇ ਹਾਂ। ਬੜਾ ਆਸਾਨ ਤਰੀਕਾ ਹੈ। ਜਿਵੇਂ ਸਾਨੂੰ ਪਤਾ ਹੈ ਕਿ 1 ਮੀਟਰ ਬਰਾਬਰ 100 ਸੈਂਟੀਮੀਟਰ। ਹੁਣ ਜਿਹੜਾ ਸੈਂਟੀਮੀਟਰ ਹੈ, ਇਸ ਦੀ 1 ਦੀ ਵੈਲਿਊ ਕਿੰਨੀ? 10 ਮਿਲੀਮੀਟਰ ਹੈ। ਆਪਾਂ ਵੈਲਿਊ ਇੱਥੇ ਭਰ ਦਿੰਦੇ ਹਾਂ ਤੇ ਬਣ ਜਾਏਗਾ 100 ਗੁਣਾ, ਜਿੱਥੇ ਸੈਂਟੀਮੀਟਰ ਸੀ ਇੱਥੇ ਕੀ ਆ ਜਾਏਗਾ? 10 ਮਿਲੀਮੀਟਰ। ਆਪਣੇ ਕੋਲ ਉੱਤਰ ਕਿੰਨਾ ਆਏਗਾ? 100 ਗੁਣਾ 10, 1000 ਮਿਲੀਮੀਟਰ। ਇਸ ਤਰ੍ਹਾਂ ਅਸੀਂ ਦੱਸ ਸਕਦੇ ਹਾਂ ਕਿ 1 ਮੀਟਰ ਦੇ ਵਿੱਚ 1000 ਮਿਲੀਮੀਟਰ ਹੁੰਦੇ ਹਨ। ਇਸ ਨਾਲ ਅਸੀਂ ਛੋਟੀਆਂ ਦੂਰੀਆਂ ਤਾਂ ਮਾਪ ਸਕਦੇ ਹਾਂ, ਪਰ ਵੱਡੀਆਂ ਦੂਰੀਆਂ, ਜਿਵੇਂ ਸਾਡੇ ਘਰ ਤੋਂ ਸਕੂਲ ਦੀ ਦੂਰੀ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੀ ਦੂਰੀ, ਇਸ ਨੂੰ ਮਾਪਣ ਲਈ ਅਸੀਂ ਮੀਟਰ ਦੀ ਵਰਤੋਂ ਤਾਂ ਕਰ ਸਕਦੇ ਹਾਂ, ਪਰ ਮੀਟਰ ਨਾਲ ਇਹ ਜਿਹੜੀਆਂ ਦੂਰੀਆਂ ਮਾਪਣੀਆਂ ਇੱਕ ਸੁਵਿਧਾਜਨਕ ਨਹੀਂ ਹੋਣਗੀਆਂ। ਇਸ ਲਈ ਅਸੀਂ ਇੱਕ ਵੱਡੀ ਇਕਾਈ ਦੀ ਨੂੰ ਪਰਿਭਾਸ਼ਿਤ ਕਰਦੇ ਹਾਂ, ਜਿਸ ਨੂੰ ਕਿਲੋਮੀਟਰ ਕਹਿੰਦੇ ਹਨ। ਕੀ ਕਿਹਾ ਜਾਂਦਾ ਹੈ? ਕਿਲੋਮੀਟਰ। 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਹਨ। ਹੁਣ ਤੁਸੀਂ ਇਸ ਨੂੰ ਅੱਗੇ 1 ਕਿਲੋਮੀਟਰ ਦੇ ਵਿੱਚ ਸੈਂਟੀਮੀਟਰ ਪਤਾ ਕਰਨੇ ਨੇ। ਉਹ ਤੁਹਾਡੇ ਵਾਸਤੇ ਇੱਕ ਚੈਲੰਜ ਹੈ, ਪ੍ਰਸ਼ਨ ਹੈ, ਤੁਸੀਂ ਇਹਨੂੰ ਕਰਨਾ। ਆਓ ਹੁਣ ਅਸੀਂ ਲੰਬਾਈ ਨੂੰ ਮਾਪਣ ਦਾ ਸਹੀ ਤਰੀਕਾ ਸਿੱਖਦੇ ਹਾਂ। ਸਭ ਤੋਂ ਪਹਿਲਾਂ ਜਦੋਂ ਵੀ ਕੋਈ ਲੰਬਾਈ ਨੂੰ ਮਾਪਣਾ ਹੈ, ਸਾਨੂੰ ਹੇਠ ਲਿਖੀਆਂ ਸਾਵਧਾਨੀਆਂ ਅਪਣਾਉਣੀਆਂ ਪੈਣਗੀਆਂ। ਪਹਿਲਾ, ਚਿੱਤਰ 10.7 ਵਿੱਚ ਦਿਖਾਏ ਅਨੁਸਾਰ ਪੈਮਾਨੇ ਨੂੰ ਵਸਤੂ ਦੇ ਸੰਪਰਕ ਵਿੱਚ ਉਸ ਦੀ ਲੰਬਾਈ ਅਨੁਸਾਰ ਰੱਖੋ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ ਚਿੱਤਰ 10.7 ਹੈ ਆਪਣੇ ਕੋਲ। ਇਸ ਵਿੱਚ ਜਿਹੜਾ ਪੈਮਾਨਾ ਹੈ, ਇਹਨੂੰ ਵਸਤੂ ਦੀ ਲੰਬਾਈ ਅਨੁਸਾਰ ਰੱਖਣਾ ਹੈ, ਨਾ ਕਿ ਜਿਵੇਂ ਆ ਦੇਖੋ ਬੀ ਚਿੱਤਰ ਦੇ ਵਿੱਚ ਗਲਤ ਫੜਿਆ ਹੋਇਆ, ਪੈਮਾਨਾ ਟੇਢਾ, ਲੰਬਾਈ ਇਸ ਤਰ੍ਹਾਂ ਹੈ, ਇਸ ਲੋਟ ਲੰਬਾਈ ਹੈ। ਜਿਹੜਾ ਪੈਮਾਨਾ ਹੈ, ਇਸ ਨੂੰ ਐਵੇਂ ਟੇਢਾ ਰੱਖਿਆ ਹੈ, ਇਹ ਗਲਤ ਹੈ। ਸਹੀ ਤਰੀਕਾ ਇਹ ਵਾਲਾ ਹੈ। ਦੂਸਰਾ, ਮੰਨ ਲਓ ਕੁਝ ਪੈਮਾਨੇ ਕੀ ਹੁੰਦੇ ਨੇ, ਜਦੋਂ ਵੀ ਕੋਈ ਪੈਮਾਨਾ ਹੁੰਦਾ ਹੈ, ਜਦੋਂ ਸ਼ੁਰੂ ਹੁੰਦਾ ਹੈ ਤੇ ਉਹ 0 ਤੋਂ ਸ਼ੁਰੂ ਹੁੰਦਾ ਹੈ। 0, 1, 2। ਜੇਕਰ ਕਿਸੇ ਪੈਮਾਨਾ ਅੱਗੋਂ ਟੁੱਟਿਆ ਹੋਇਆ ਤਾਂ ਉਹ 0 ਨਹੀਂ ਹੋਏਗੀ। ਇਸ ਕਰਕੇ ਜਦੋਂ ਵੀ ਕਿਸੇ ਕੁਝ ਪੈਮਾਨਿਆਂ ਦੇ ਸਿਰੇ ਟੁੱਟੇ ਹੋ ਸਕਦੇ ਹਨ, ਤੁਸੀਂ ਇਹਨਾਂ ਪੈਮਾਨਿਆਂ ਦੇ 0 ਸਪਸ਼ਟ ਦੇਖ ਸਕੋਗੇ। ਜਿਵੇਂ ਕੁਝ ਪੈਮਾਨੇ ਮਤਲਬ ਕਿ ਟੁੱਟੇ ਹੁੰਦੇ ਨੇ ਤਾਂ ਉਹਨਾਂ ਦੀ ਤੁਸੀਂ ਜਿਹੜੀ 0 ਹੈ ਸਪਸ਼ਟ ਨਹੀਂ ਦੇਖ ਸਕੋਗੇ। ਇਸ ਤਰ੍ਹਾਂ ਦੇ ਉਪਕਰਨ ਵਿੱਚ ਜਾਂ ਪੈਮਾਨੇ ਦੇ 0 ਤੋਂ ਮਾਪ ਲੈਣ ਤੋਂ ਬਚੋ। ਤੁਸੀਂ ਪੈਮਾਨੇ ਦਾ ਕੋਈ ਹੋਰ ਪੜਤ, ਜਿਸ ਤਰ੍ਹਾਂ 1 ਸੈਂਟੀਮੀਟਰ ਨੂੰ ਕੰਮ 'ਚ ਲਿਆ ਜਾ ਸਕਦਾ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਚਿੱਤਰ ਦੇ ਵਿੱਚ ਕੀ ਹੈਗਾ, ਆਪਣੇ ਕੋਲ ਜਿਹੜਾ ਪੈਮਾਨਾ ਹੈ ਇਸ ਦੀ 0 ਨਹੀਂ ਵੇਖ ਰਹੀ। ਤੁਸੀਂ ਇਸ ਦੀ ਲੰਬਾਈ ਜਿੱਥੋਂ ਟੁੱਟਿਆ ਸਿਰਾ ਹੈ ਉੱਥੋਂ ਨਹੀਂ ਮਾਪ ਸਕਦੇ। ਤੁਸੀਂ ਅਜਿਹੀ ਇਸ ਦੀ ਪੜਤ ਲਓ ਜਿਹੜੀ ਕਿ ਪੂਰੀ ਹੋਵੇ। ਜਿਵੇਂ ਕਿ ਆਪਣੇ ਕੋਲ 1 ਪੂਰਾ ਹੈ, ਤੁਸੀਂ 1 ਤੋਂ ਇਹਨੂੰ ਮਾਪਣਾ ਸ਼ੁਰੂ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਅਗਲੀ ਸਲਾਈਡ 'ਚ ਦੇਖ ਰਹੇ ਹੋ, ਇੱਥੇ ਆਪਾਂ 1 ਤੋਂ ਮਾਪਣਾ ਸ਼ੁਰੂ ਕੀਤਾ ਹੈ। ਠੀਕ ਹੈ। ਉਸ ਤੋਂ ਬਾਅਦ ਇਸ ਦੀ ਲੰਬਾਈ ਕਿੰਨੀ ਆਈ ਹੈ? 13 ਪੁਆਇੰਟ ਸਮਥਿੰਗ ਆਈ ਹੈ। ਉਹ ਆਪਾਂ ਪਿੱਛੇ ਦੇਖ ਲੈਂਦੇ ਹਾਂ। ਹੁਣ ਤਦ ਤੁਹਾਨੂੰ ਦੂਸਰੇ ਸਿਰੇ ਦੇ ਆਖੀਰ ਤੋਂ ਤੁਸੀਂ ਪੂਰਨ ਪੜਤ ਅਖੀਰ ਨੂੰ ਘਟਾਉਣਾ ਚਾਹੀਦਾ ਹੈ। ਉਦਾਹਰਨ ਦੇ ਲਈ ਮੰਨ ਲਓ ਜਿਵੇਂ ਆਪਣੇ ਕੋਲ ਟੋਟਲ ਪੜਤ ਆ ਜਾਂਦੀ ਹੈ 14.3 ਸੈਂਟੀਮੀਟਰ। ਕਿੰਨੀ ਆ ਗਈ? 14.3 ਸੈਂਟੀਮੀਟਰ।
ਸਾਡੇ ਕੋਲ ਆਖਰੀ ਪੜਤ ਕਿੰਨੀ ਆ ਰਹੀ ਹੈ? ਦੇਖੋ ਆਪਣੇ ਕੋਲ ਆਖਰੀ ਪੜਤ ਮੰਨ ਲਓ ਆ ਰਹੀ ਹੈ 14.3 ਸੈਂਟੀਮੀਟਰ। ਹੁਣ ਅਸੀਂ ਸ਼ੁਰੂ ਕਿੱਥੋਂ ਕੀਤਾ ਸੀ? 1 ਸੈਂਟੀਮੀਟਰ ਤੋਂ, ਤੇ ਅਸੀਂ 1 ਸੈਂਟੀਮੀਟਰ ਨੂੰ ਇਸ ਦੇ ਵਿੱਚੋਂ ਘਟਾ ਦਿਆਂਗੇ। ਸਾਡਾ ਉੱਤਰ ਬਚੇਗਾ 13.3 ਸੈਂਟੀਮੀਟਰ। ਜਿਹੜਾ 13.3 ਸੈਂਟੀਮੀਟਰ ਹੈ ਇਹ ਇਹਦਾ ਅਸਲ ਮਾਪ ਹੈ। ਜੇ ਤੁਸੀਂ ਮੰਨ ਲਓ ਇਸ ਨੂੰ 2 ਤੋਂ ਸ਼ੁਰੂ ਕੀਤਾ ਹੁੰਦਾ ਤੇ ਫਿਰ ਅਸੀਂ 2 ਸੈਂਟੀਮੀਟਰ ਘਟਾ ਦੇਣੇ ਸੀ। ਮੰਨ ਲਓ ਜੇ ਤੁਹਾਡੇ ਕੋਲ ਕੋਈ ਪੈਮਾਨਾ ਟੁੱਟਿਆ ਹੋਇਆ ਤਾਂ ਤੁਸੀਂ ਉਸ ਨਾਲ ਲੰਬਾਈ ਨੂੰ ਵੀ ਆਸਾਨੀ ਨਾਲ ਮਾਪ ਸਕਦੇ ਹੋ, ਪਰ ਤੁਸੀਂ ਸ਼ੁਰੂ ਕਿੱਥੋਂ ਕਰਨਾ ਹੈ? ਅਜਿਹੀ ਪੜਤ ਲੈਣੀ ਹੈ ਜਿਹੜੀ ਪੂਰੀ ਤਰ੍ਹਾਂ ਪੜਨਯੋਗ ਹੋਵੇ। ਉੱਥੋਂ ਸ਼ੁਰੂ ਕਰਨਾ ਹੈ ਤੇ ਆਖਰੀ ਪੜਤ ਨੋਟ ਕਰਨੀ ਹੈ। ਆਖਰੀ ਪੜਤ ਦੇ ਵਿੱਚੋਂ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ਉਹਨੂੰ ਮਾਈਨਸ ਕਰ ਦੇਣਾ ਹੈ, ਘਟਾ ਦੇਣਾ ਹੈ, ਤੇ ਜਿਹੜਾ ਤੁਹਾਡਾ ਅਸਲ ਪੜਤ ਆ ਸਕਦੀ ਹੈ। ਇਸੇ ਤਰ੍ਹਾਂ ਹੁਣ ਜਦੋਂ ਅਸੀਂ ਪੈਮਾਨੇ ਨੂੰ ਪੜ੍ਹਨਾ ਹੈ ਉਹ ਕਿਵੇਂ ਦੇਖੋ, ਦੇਖੋ ਆਪਣੇ ਕੋਲ ਡਾਇਗਰਾਮ ਦੇ ਵਿੱਚ 3 ਬੱਚੇ ਨੇ A B C। ਹੁਣ ਜੇ ਆਪਾਂ A ਦੀ ਸਥਿਤੀ ਪੈਮਾਨੇ ਨੂੰ ਪੜਾਂਗੇ, ਦੇਖੋ ਆਪਣੀ ਜਿਹੜੀ ਨਜ਼ਰ ਹੈ ਉਹ ਤਿਰਛੀ ਹੋਏਗੀ, ਉਹ ਜਿਹੜੀ ਐਕਚੁਅਲ ਪਰਤ ਤੋਂ ਅੱਗੇ ਜਾ ਕੇ ਸਾਡੀ ਰੀਡਿੰਗ ਆਏਗੀ, ਪੜਤ ਅਸੀਂ ਨੋਟ ਕਰਾਂਗੇ। ਜੇ ਅਸੀਂ C ਦੀ ਸਥਿਤੀ ਤੋਂ ਪੜਾਂਗੇ ਤੇ ਅਸੀਂ ਪੜਤ ਘੱਟ ਪੜ ਲਵਾਂਗੇ। ਇਸ ਦਾ ਮਤਲਬ ਹੈ ਕਿ ਜੇਕਰ ਅਸੀਂ A ਦੀ ਸਥਿਤੀ ਤੋਂ ਪੜਾਂਗੇ ਅਸੀਂ ਅਸਲ ਪੜਤ ਨਹੀਂ ਪੜਾਂਗੇ, ਅਸੀਂ ਉਸ ਨਾਲੋਂ ਜ਼ਿਆਦਾ ਮਾਪਣ ਪੜਤ ਪੜਾਂਗੇ। ਜੇਕਰ ਅਸੀਂ C ਦੀ ਸਥਿਤੀ ਤੋਂ ਪੜਾਂਗੇ ਤੇ ਅਸੀਂ ਘੱਟ ਪੜਤ ਨੋਟ ਕਰਾਂਗੇ। ਇਸ ਲਈ ਜਿਹੜੀ ਐਕਚੁਅਲ ਜਿਹੜਾ B ਹੈ ਉਸ ਨੂੰ ਸਹੀ ਪੜਤ ਨਜ਼ਰ ਆਵੇਗੀ। ਤੇ ਸਾਨੂੰ ਹਮੇਸ਼ਾ ਪੈਮਾਨੇ ਦੇ ਸਿੱਧੇ ਆਪਣੀ ਜਿਹੜੀ ਨਜ਼ਰ ਹੈ ਉਸ ਤੋਂ ਸਿੱਧੇ ਪੜਤ ਨੂੰ ਨੋਟ ਕਰਨਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਮਾਪ ਲੈਣ ਲਈ ਅੱਖ ਦੀ ਸਹੀ ਸਥਿਤੀ ਦਾ ਮਹੱਤਵਪੂਰਨ ਹੁੰਦੀ ਹੈ। ਜਿਵੇਂ ਚਿੱਤਰ 10.9 ਦੇ ਵਿੱਚ ਤੁਸੀਂ ਦੇਖ ਰਹੇ ਹੋ, ਜਿਸ ਬਿੰਦੂ ਤੇ ਮਾਪ ਲੈਣਾ ਹੁੰਦਾ ਹੈ ਉਸ ਦੇ ਠੀਕ ਸਾਹਮਣੇ ਤੋਂ ਹੀ ਤੁਹਾਨੂੰ ਪੜਤ ਨੋਟ ਕਰਨੀ ਚਾਹੀਦੀ ਹੈ। ਜਿਹੜੀ ਕਿ ਸਥਿਤੀ B ਹੈ ਇਹ ਸਭ ਤੋਂ ਸਹੀ ਸਥਿਤੀ ਹੈ। ਪਿਆਰੇ ਬੱਚਿਓ, ਇਹ ਸੀ ਆਪਣੇ ਕੋਲ ਮਾਪਣ ਦੀਆਂ ਇਕਾਈਆਂ।